ਰੋਜ਼ਾਨਾ ਲੋਕ ਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਝਟਕਾ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਹੋਰ ਦੁਵਿਧਾ ਦੇ ਵਿੱਚ ਫਸਾ ਦਿੱਤਾ ਗਿਆ। ਕੀ ਕੁਝ ਕੀਤਾ ਗਿਆ ਨਵਜੋਤ ਸਿੰਘ ਸਿੱਧੂ ਨੂੰ, ਕਿਹੜੀ ਦੁਵਿਧਾ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਫਸਾਇਆ ਗਿਆ ਹੈ, ਇਸ ਮਾਮਲੇ ਤੇ ਵੀ ਗੱਲਬਾਤ ਕਰਾਂਗੇ। ਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਪੰਜਾਬ ਭਾਜਪਾ ਦੇ ਵੱਲੋਂ ਹੁਣ ਪੰਜਾਬ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣਾ ਸੀਐਮ ਕੈਂਡੀਡੇਟ ਉਮੀਦਵਾਰ ਜਿਹੜਾ ਐਲਾਨ ਦਿੱਤਾ ਗਿਆ। ਕੌਣ ਉਹ ਉਮੀਦਵਾਰ ਹੋਵੇਗਾ ਤੇ ਜਿਹੜਾ ਹੁਣ ਇਹ ਗੱਲਬਾਤ ਕਹੀ ਜਾ ਰਹੀ ਹੈ ਭਾਜਪਾ ਦੇ ਵੱਲੋਂ ਉਮੀਦਵਾਰ ਨੂੰ ਐਲਾਨਿਆ ਗਿਆ ਕਿ ਉਸ ਦਾ ਫਾਇਦਾ 2022 ਚੋਣਾਂ ਦੇ ਵਿੱਚ ਭਾਜਪਾ ਨੂੰ ਹੋਏਗਾ ਜਾਂ ਨਹੀਂ, ਜਾਂ ਫਿਰ ਸਿਰਫ ਪੱਤੇ ਦੇ ਤੌਰ ਤੇ ਹੀ ਇਹ ਉਮੀਦਵਾਰ ਰਹਿ ਜਾਏਗਾ। ਇਸ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਰਹਿਣਗੇ ਰਾਜਨੀਤਿਕ ਮਾਹਰ ਦੇ ਤੌਰ ਤੇ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਸਵਾਗਤ ਹੈ ਪ੍ਰੋਗਰਾਮ 'ਚ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ, ਕਿਵੇਂ ਦੇਖਦੇ ਹੋ ਕਿ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਅੱਜ ਝੰਡਾ ਲਹਿਰਾਏ ਜਾ ਰਹੇ ਆਪਣੇ ਘਰਾਂ ਦੇ ਉੱਪਰ, ਅੰਮ੍ਰਿਤਸਰ ਦੇ ਵਿੱਚ ਵੀ, ਇੱਥੇ ਵੀ, ਪਟਿਆਲੇ ਦੇ ਵਿੱਚ ਵੀ, ਤਾਂ ਉੱਥੇ ਹੀ ਜੇਕਰ ਗੱਲਬਾਤ ਕਰੀਏ, ਕੀ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਦੇ ਨਾਲ ਉਹਨਾਂ ਨੇ ਦੁਵਿਧਾ ਦੀ ਸਥਿਤੀ ਵਿੱਚ ਫਸਾ ਦਿੱਤਾ ਹੈ? ਕਿਉਂਕਿ ਇਸ ਤੋਂ ਪਹਿਲਾਂ ਉਗਰਾਹਾਂ ਹੋਰੀ ਜਿਹੜੇ ਉਹ 3 ਦਿਨਾਂ ਦਾ ਧਰਨੇ ਦਾ ਜਿਹੜਾ ਐਲਾਨ ਕਰ ਚੁੱਕੇ ਆ ਪਟਿਆਲਾ ਦੇ ਵਿੱਚ, ਤੇ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਭਾਈ ਇੱਥੇ ਧਰਨਾ ਨਾ ਲਾਓ। ਤਾਂ ਉੱਥੇ ਹੀ ਜਿਹੜਾ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕਿਸਾਨਾਂ ਨੂੰ ਸਮਰਥਨ ਦੇਣਾ ਸਾਫ਼ ਹੋ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਦੁਵਿਧਾ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਫਸਾ ਦਿੱਤਾ। ਬਿਲਕੁਲ ਬਿਲਕੁਲ ਸੁਖਵਿੰਦਰ ਜੀ, ਦੇਖੋ ਜਦੋਂ ਤੋਂ ਕੈਪਟਨ ਸਾਹਿਬ ਸੱਤਾ 'ਚ ਆਏ ਨੇ ਪਿਛਲੇ 4.5 ਸਾਲ ਤੋਂ, ਉਦੋਂ ਤੋਂ ਲੈ ਕੇ ਹੁਣ ਤੱਕ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਰਹੀ ਹੈ ਉਹ ਬਹੁਤ ਹੀ ਜਿਹੜੀ ਹੈਗੀ ਹੈ ਲੋਕਾਂ ਨੂੰ ਪਸੰਦ ਨਹੀਂ ਆ ਰਹੀ। ਇਸੇ ਕਰਕੇ ਜਦੋਂ ਉਗਰਾਹਾਂ ਗਰੁੱਪ ਨੇ ਇਹ ਐਲਾਨ ਕੀਤਾ ਕਿ 3 ਦਿਨ ਦੇ ਲਈ ਅਸੀਂ ਪਟਿਆਲੇ ਦੇ ਵਿੱਚ ਉਹਨਾਂ ਦੇ ਮਹਿਲਾਂ ਨੂੰ ਘੇਰਨਾ ਹੈ, ਔਰ ਇਹਦੇ ਜਵਾਬ ਦੇ ਵਿੱਚ ਕੈਪਟਨ ਸਾਹਿਬ ਇਹ ਕਹਿ ਰਹੇ ਨੇ ਕਿ ਹੁਣ ਕਰੋਨਾ ਦਾ ਜਿਹੜਾ ਹੈ ਦੌਰ ਚੱਲ ਰਿਹਾ ਹੈ, ਇਸ ਕਰਕੇ ਕਿਸਾਨਾਂ ਨੂੰ ਘਰਾਂ 'ਚ ਰਹਿਣਾ ਚਾਹੀਦਾ ਹੈ, ਕਿਸਾਨਾਂ ਨੂੰ ਮਤਲਬ ਨਹੀਂ ਆਉਣਾ ਚਾਹੀਦਾ ਬਾਹਰ। ਤੁਸੀਂ ਦੇਖੋਗੇ ਇੱਥੇ ਜਿਹੜੀ ਦੋਗਲੀ ਨੀਤੀ ਕਰ ਰਹੇ ਨੇ ਕੈਪਟਨ ਸਾਹਿਬ। ਇੱਕ ਪਾਸੇ ਤਾਂ ਕਹਿੰਦੇ ਨੇ ਉਹ ਕਿ ਤੁਸੀਂ ਦਿੱਲੀ ਤਾਂ ਚਲੇ ਜਾਓ। ਦਿੱਲੀ ਦੇ ਵਿੱਚ ਤਾਂ ਜਦੋਂ ਮੋਦੀ ਨੂੰ ਘੇਰਨਾ ਸੀਗਾ ਉਦੋਂ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਮੋਦੀ ਨੂੰ ਘੇਰੋ, ਜਾ ਕੇ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਜਾਓ, ਉਹਨਾਂ ਦੀਆਂ ਬਰੂਹਾਂ ਤੇ ਉੱਥੇ ਜਾ ਕੇ ਬੈਠ ਜਾਓ। ਉਦੋਂ ਤਾਂ ਉਹਨਾਂ ਨੇ ਕਿਹਾ ਕਿ ਠੀਕ ਹੈ, ਕਿਸਾਨਾਂ ਨੂੰ ਤੁਸੀਂ ਚਲੇ ਜਾਓ। ਹੁਣ ਜਦੋਂ ਕਿਸਾਨ ਜਿਹੜੇ ਨੇ ਉਹਨਾਂ ਦਾ ਆਪਣਾ ਘਰ, ਆਪਣਾ ਪੈਲਸ ਘੇਰਨ ਨੂੰ ਕਹਿੰਦੇ ਨੇ, ਹੁਣ ਉਹ ਕਹਿੰਦੇ ਨੇ ਕਿ ਹੁਣ ਤਾਂ ਕਰੋਨਾ ਆ ਗਿਆ, ਹੁਣ ਤੁਸੀਂ ਨਾ ਜਾਓ। ਸੋ ਇਸ ਕਰਕੇ ਜਿਹੜੀ ਇਹ ਡਬਲ ਸਟੈਂਡਰਡ ਕੈਪਟਨ ਸਾਹਿਬ ਨੇ ਰੱਖੇ ਨੇ ਕਿ ਇੱਕ ਪਾਸੇ ਜਦੋਂ ਤਾਂ ਮੋਦੀ ਨੂੰ ਘੇਰਨਾ ਹੁੰਦਾ ਹੈ ਉਦੋਂ ਤਾਂ ਕੋਈ ਕਰੋਨਾ ਨਹੀਂ ਹੈ, ਹੁਣ ਜਦੋਂ ਉਹਨਾਂ ਦਾ ਆਪਣਾ ਸ਼ਹਿਰ ਘੇਰਨਾ ਹੈ, ਉਹਨਾਂ ਦੇ ਆਪਣੇ ਘਰ ਨੂੰ ਘੇਰਨਾ ਹੈ, ਉਹਨਾਂ ਨੇ ਹੁਣ ਡਰਾਵਾ ਦੇ ਰਹੇ ਨੇ ਕਿਉਂਕਿ ਹੁਣ ਕਹਿੰਦੇ ਜੀ ਹੁਣ ਤਾਂ ਕਰੋਨਾ ਹੈ। ਸੋ ਇਸ ਕਰਕੇ ਇਸ ਮਸਲੇ ਦੇ ਵਿੱਚ ਜਿਹੜਾ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਸਟੈਂਡ ਹੈ, ਔਰ ਉਹਨਾਂ ਨੇ ਇਹੀ ਸਟੈਂਡ ਲਿਆ ਕਿ ਮੈਂ ਕਿਸਾਨਾਂ ਦੇ ਨਾਲ ਖੜਾ। ਇਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਅੱਜ ਦੇ ਦਿਨ ਉਹ ਕਾਲੇ ਝੰਡੇ ਆਪਣੇ ਅੰਮ੍ਰਿਤਸਰ ਵਾਲੇ ਘਰ ਦੇ ਵਿੱਚ ਵੀ ਔਰ ਪਟਿਆਲੇ ਦੇ ਵਾਲੇ ਘਰ ਦੇ ਵਿੱਚ ਵੀ ਉਹ ਲਹਿਰਾਉਣਗੇ, ਔਰ ਇਹ ਉਦੋਂ ਤੱਕ ਲਹਿਰਾਉਂਦੇ ਰਹਿਣਗੇ ਜਿੰਨੀ ਦੇਰ ਇਹ ਤਿੰਨੋਂ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ। ਤੇ ਇਸ ਤੋਂ ਇਲਾਵਾ MSP ਵਾਲਾ ਜਿਹੜਾ ਨਵਾਂ ਕਾਨੂੰਨ ਹੈ ਉਹ ਮੋਦੀ ਸਰਕਾਰ ਉਸ ਨੂੰ ਲਾਗੂ ਨਹੀਂ ਕਰਦੀ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਹੋਰੀ ਆਪਣੇ ਜਿਹੜਾ ਹੈਗਾ ਪੁਰਾਣੇ ਸਟੈਂਡ ਦੇ ਉੱਤੇ ਖੜਦੇ ਨਜ਼ਰ ਆ ਰਹੇ ਨੇ। ਜਿਹੜਾ ਸਟੈਂਡ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਹਮੇਸ਼ਾ ਕਿਸਾਨਾਂ ਦੇ ਨਾਲ ਹਾਂ, ਔਰ ਉਹਨਾਂ ਨੇ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਵੱਡੀ ਗੱਲ ਇਹ ਕਹੀ ਸੀਗੀ ਕਿ ਮੇਰੇ ਪਿਤਾ ਜੀ, ਮੇਰੇ ਵਾਲਿਦ ਸਾਹਿਬ ਇੱਕ ਕਿਸਾਨ ਲੀਡਰ ਸੀਗੇ, ਔਰ ਖਾਸ ਤੌਰ ਤੇ ਉਹਨਾਂ ਨੇ ਤੇਜਾ ਸਿੰਘ ਸੁਤੰਤਰ ਦਾ ਨਾਮ ਲਿਆ ਸੀਗਾ ਕਿ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਉਹਨਾਂ ਨੇ ਵੱਡੇ ਸੰਘਰਸ਼ ਲੜੇ ਸੀਗੇ। ਤੇਜਾ ਸਿੰਘ ਸੁਤੰਤਰ ਦੇ ਬਾਰੇ ਮੈਂ ਜ਼ਰੂਰ ਇੱਥੇ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਤੇਜਾ ਸਿੰਘ ਸੁਤੰਤਰ ਸੰਗਰੂਰ ਤੋਂ ਜਦੋਂ ਉਹ CPI ਔਰ ਕਾਂਗਰਸ ਦੇ ਸਹਿਯੋਗ ਦੇ ਨਾਲ ਖੜੇ ਸੀਗੇ, ਉੱਥੋਂ MP ਜਿੱਤ ਕੇ ਉਹ 1971 ਦੇ ਵਿੱਚ ਦਿੱਲੀ ਦੀ ਪਾਰਲੀਮੈਂਟ ਦੇ ਵਿੱਚ ਗਏ ਸੀਗੇ, ਔਰ 1973 ਦੇ ਵਿੱਚ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ ਸੀਗਾ। ਔਰ ਹਾਰਟ ਅਟੈਕ ਦੇ ਦੌਰਾਨ ਜਦੋਂ ਉਹਨਾਂ ਦਾ ਝੋਲਾ ਫਰੋਲਿਆ ਗਿਆ, ਜਦੋਂ ਉਹਨਾਂ ਦੀ ਡੈਥ ਹੋ ਗਈ ਦਿੱਲੀ ਦੀ ਪਾਰਲੀਮੈਂਟ ਦੇ ਵਿੱਚ, ਤਾਂ ਉਹਦੇ ਵਿੱਚੋਂ 2 ਸੁੱਕੀਆਂ ਰੋਟੀਆਂ ਤੇ ਅੰਬ ਦਾ ਅਚਾਰ ਮਿਲਿਆ ਸੀਗਾ।
ਸੁਖਵਿੰਦਰ ਜੀ, ਉਹ ਕਿਸਾਨਾਂ ਦੇ ਏਡੇ ਵੱਡੇ ਲੀਡਰ ਸੀਗੇ ਕਿ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕਿਸਾਨਾਂ ਦੀ ਰਹਿਨੁਮਾਈ ਕਰਨ ਦੇ ਵਿੱਚ ਔਰ ਕਿਸਾਨਾਂ ਦੇ ਭਲੇ ਦੇ ਲਈ, ਕਿਸਾਨੀ ਮੰਗਾਂ ਨੂੰ ਅੱਗੇ ਵਧਾਉਣ ਦੇ ਲਈ ਉਹਨਾਂ ਨੇ ਸਾਰੀ ਜ਼ਿੰਦਗੀ ਅਰਪਿਤ ਕਰ ਦਿੱਤੀ। ਔਰ ਇੰਦਰਾ ਗਾਂਧੀ ਨੇ ਉਸ ਵੇਲੇ ਕਿਹਾ ਸੀ, ਉਸ ਵੇਲੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀਗੇ, ਉਹਨਾਂ ਨੇ ਕਿਹਾ ਸੀਗਾ ਏਦਾਂ ਦੀ ਸਾਦਗੀ ਵਾਲਾ ਬੰਦਾ ਮੈਂ ਅੱਜ ਤੱਕ ਜਿਹੜਾ ਹੈਗਾ ਨਹੀਂ ਵੇਖਿਆ। ਤੋਂ ਇੱਕ ਬਹੁਤ ਵੱਡੀ ਗੱਲ ਸੀਗੇ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਗੱਲ ਕਹੀ ਹੈ ਕਿ ਸਾਡਾ ਪਰਿਵਾਰ ਤੇਜਾ ਸਿੰਘ ਸੁਤੰਤਰ ਹੋਰਾਂ ਦੇ ਨਾਲ, ਉਸ ਪਾਰਟੀ ਦੇ ਨਾਲ ਜੁੜਿਆ ਰਿਹਾ, ਕਿਸਾਨਾਂ ਦੀ ਪਾਰਟੀ ਦੇ ਨਾਲ ਜੁੜਿਆ ਰਿਹਾ। ਇਹਦਾ ਮਤਲਬ ਇਹੀ ਹੈ ਕਿ ਉਹਨਾਂ ਦੇ ਦਿਲ ਦੇ ਵਿੱਚ, ਨਵਜੋਤ ਸਿੰਘ ਸਿੱਧੂ ਹੋਰਾਂ ਦੇ ਦਿਲ ਦੇ ਵਿੱਚ ਕਿਸਾਨਾਂ ਦੇ ਲਈ ਖਾਸ ਹਮਦਰਦੀ ਹੈ। ਔਰ ਖਾਸ ਤਰ੍ਹਾਂ ਦਾ ਨਾਲ, ਜਿਵੇਂ ਹੁਣ ਆਪਾਂ ਨੂੰ ਪਤਾ ਹੈ ਕਿ ਇਸ ਵੇਲੇ ਜਦੋਂ ਵੱਡਾ ਅੰਦੋਲਨ ਕਿਸਾਨਾਂ ਦਾ ਚੱਲ ਰਿਹਾ ਹੈ, ਤਾਂ ਉਸ ਅੰਦੋਲਨ ਦੇ ਵਿੱਚ ਕੁੱਦ ਜਾਣਾ ਔਰ ਉਸ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਪੱਖ ਦੇ ਵਿੱਚ ਗੱਲ ਕਰ ਜਾਣੀ, ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਨੇ ਬਹੁਤ ਵੱਡੀ ਗੱਲ। ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਕਿ ਭਾਈ ਤੁਸੀਂ ਇਹ ਧਰਨਾ ਨਾ ਕਰੋ, ਧਰਨੇ ਦੇ ਕਾਰਨ ਜਿਹੜੇ ਪੰਜਾਬ ਸਰਕਾਰ ਦੇ ਵੱਲੋਂ ਯਤਨ ਕੀਤੇ ਜਾ ਰਹੇ ਆ ਕਰੋਨਾ ਨੂੰ ਰੋਕਣ ਦੇ ਲਈ, ਤਾਂ ਇਸ ਧਰਨੇ ਦੇ ਨਾਲ ਕਰੋਨਾ ਦੇ ਯਤਨਾਂ ਦੇ ਉੱਪਰ ਕਹਿੰਦੇ ਪਾਣੀ ਫਿਰ ਸਕਦਾ। ਜਿੱਥੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਧਰਨਾ ਨਾ ਲਾਉਣ ਦੇ ਲਈ ਕਿਸਾਨਾਂ ਨੂੰ, ਤਾਂ ਉੱਤੇ ਹੀ ਨਵਜੋਤ ਸਿੰਘ ਸਿੱਧੂ ਦਾ ਇਸ ਤਰੀਕੇ ਦਾ ਬਿਆਨ ਆਉਣਾ, ਇਸ ਤਰੀਕੇ ਦੇ ਨਾਲ ਉਹਨਾਂ ਦਾ ਸਮਰਥਨ ਕਰਨਾ, ਕਿਤੇ ਨਾ ਕਿਤੇ ਕਿਸਾਨਾਂ ਦੀ ਹੌਸਲਾ ਅਫਜ਼ਾਈ ਇਸ ਧਰਨਾ ਲਗਾਉਣ ਦੇ ਲਈ। ਬਿਲਕੁਲ, ਜਿੱਥੇ ਹੌਸਲਾ ਅਫਜ਼ਾਈ ਹੈ ਉੱਥੇ ਦੇਖੋ ਕੈਪਟਨ ਸਾਹਿਬ ਦੇ ਉੱਤੇ ਕੁਝ ਸਵਾਲੀਆ ਨਿਸ਼ਾਨ ਵੀ ਉੱਠਦੇ ਨੇ। ਉਹ ਇਹ ਨੇ ਕਿ ਉਹਨਾਂ ਦੇ ਆਪਣੇ ਸ਼ਹਿਰ ਦੇ ਵਿੱਚ, ਜਦੋਂ ਕਿ ਆਪਾਂ ਨੂੰ ਪਤਾ ਹੈ ਕਿ ਇੱਥੇ ਜਿਹੜੇ ਹਸਪੀਟਲਸ ਨੇ ਉੱਥੇ ਲੋਕ ਤਰਾਹ ਕਰ ਰਹੇ ਨੇ, ਉੱਥੇ ਆਕਸੀਜਨ ਲੋਕਾਂ ਨੂੰ ਨਹੀਂ ਮਿਲ ਰਹੀ। ਖਾਸ ਤੌਰ ਤੇ ਤੁਸੀਂ ਦੇਖੋਗੇ ਕਿ ਰਜਿੰਦਰਾ ਹਸਪੀਟਲ, ਜਿਹਨੂੰ ਕਿ ਪੰਜਾਬ ਦੀ ਪੀਜੀਆਈ ਕਿਸੇ ਵੇਲੇ ਕਿਹਾ ਜਾਂਦਾ ਸੀਗਾ, ਉਹਦੀ ਜਿਵੇਂ ਤਬਾਹੀ ਹੋਈ ਹੈ, ਉਹਨੂੰ ਜਿਵੇਂ ਬਿਮਾਰ ਕੀਤਾ ਗਿਆ, ਜਿਸ ਤਰੀਕੇ ਦੇ ਨਾਲ ਉੱਥੇ ਕੋਈ ਸਹੂਲਤਾਂ ਨਹੀਂ ਦਿੱਤੀਆਂ ਗਈਆਂ, ਉੱਥੋਂ ਸਾਨੂੰ ਲੱਗਦਾ ਹੈ ਕਿ ਕੈਪਟਨ ਸਾਹਿਬ ਦਾ ਜਿਹੜਾ ਧਿਆਨ ਹੈ ਉਹ ਨਾ ਤਾਂ ਹੈਲਥ ਵੱਲ ਹੈ ਲੋਕਾਂ ਦੀ, ਨਾ ਉਹ ਐਜੂਕੇਸ਼ਨ ਵੱਲ ਹੈ, ਨਾ ਕੋਈ ਹੋਰ ਜਿਹੜੀਆਂ ਬੁਨਿਆਦੀ ਸਹੂਲਤਾਂ। ਕਿਤੇ ਤਾਂ ਅੱਜ ਦੇ ਦੌਰ ਦੇ ਵਿੱਚ, ਅੱਜ ਜਦੋਂ ਕਰੋਨਾ ਮਹਾਮਾਰੀ ਦਾ ਦੌਰ ਹੈ, ਲੋਕਾਂ ਨੂੰ ਆਕਸੀਜਨ ਦੀ ਲੋੜ ਸੀ, ਲੋਕਾਂ ਨੂੰ ਦਵਾਈਆਂ ਵੈਕਸੀਨ ਦੀ ਲੋੜ ਸੀਗੀ, ਲੋਕਾਂ ਨੂੰ ਮੈਡੀਕਲ ਅਮਲੇ ਦੀ ਲੋੜ ਸੀ, ਲੋਕਾਂ ਨੂੰ ਡਾਕਟਰਾਂ ਦੀ ਲੋੜ ਸੀਗੀ। ਪਰ ਦੂਜੇ ਪਾਸੇ ਹੋ ਕੀ ਰਿਹਾ ਕਿ ਸਿਰਫ ਬਿਆਨਬਾਜ਼ੀ ਹੋ ਰਹੀ ਹੈ। ਕੈਪਟਨ ਸਾਹਿਬ ਅੱਜ 4.5 ਸਾਲ ਤੋਂ ਲੈ ਕੇ ਅੱਜ ਤੱਕ ਨਾ ਤਾਂ ਉਹ ਕਰੋਨਾ ਦੇ ਦੌਰ 'ਚ ਵੜੇ ਨੇ, ਨਾ ਉਸ ਤੋਂ ਪਹਿਲਾਂ ਜਿੰਨੀਆਂ ਵੀ ਪ੍ਰੋਬਲਮਸ ਆਈਆਂ ਪੰਜਾਬ ਨੂੰ, ਨਾ ਉਹ ਇੱਥੇ ਜਿਹੜੇ ਨੇ ਆ ਰਹੇ ਨੇ ਲਗਾਤਾਰ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਕੈਪਟਨ ਸਾਹਿਬ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਉਹਨਾਂ ਨੂੰ ਸਹੂਲਤਾਂ ਦੇ ਉੱਤੇ ਜਿਹੜੇ ਕਨਸੈਂਟਰੇਟ ਕਰਨਾ ਚਾਹੀਦਾ ਹੈ ਕਿ ਇਸ ਵੇਲੇ ਲੋਕਾਂ ਨੂੰ ਸਹੂਲਤ ਦੀ ਲੋੜ ਹੈ, ਦਵਾਈਆਂ ਦੀ ਲੋੜ ਹੈ, ਉਹਦੇ ਉੱਤੇ ਕਨਸੈਂਟਰੇਟ ਕਰੋ, ਨਾ ਕਿ ਰਾਜਨੀਤੀ ਕਰੋ। ਜੇ ਕੈਪਟਨ ਸਾਹਿਬ ਨੂੰ ਇਹ ਪੁੱਛਣਾ ਚਾਹੀਦਾ ਹੈ ਕਿ ਜਦੋਂ ਦਿੱਲੀ ਦੇ ਵਿੱਚ ਕਿਸਾਨ ਜਾਂਦੇ ਨੇ ਉਦੋਂ ਤਾਂ ਕੈਪਟਨ ਸਾਹਿਬ ਖੁਸ਼ ਹੋ ਜਾਂਦੇ ਨੇ, ਉਦੋਂ ਉੱਥੇ ਜਦੋਂ ਹੈਗਾ ਉਦੋਂ ਨਹੀਂ ਕਰੋਨਾ ਹੁੰਦਾ। ਜਦੋਂ ਉਹ ਕਹਿੰਦੇ ਨੇ ਕਿ ਜਦੋਂ ਆਪਣਾ ਘਰ ਘੇਰਨਾ ਉਹਨਾਂ ਦਾ, ਪਟਿਆਲੇ 'ਚ ਜਦੋਂ ਕੋਈ ਪ੍ਰਦਰਸ਼ਨ ਕਰਨਾ, ਉਦੋਂ ਕਹਿੰਦੇ ਨੇ ਕਿ ਹੁਣ ਕਰੋਨਾ ਹੋ ਗਿਆ। ਸੋ ਇਸ ਕਰਕੇ ਕੈਪਟਨ ਸਾਹਿਬ ਨੂੰ ਇਹ ਗੱਲ ਜਿਹੜੀ ਹੈਗੀ ਆ ਇਹ ਨਹੀਂ ਭੁੱਲਣੀ ਚਾਹੀਦੀ ਕਿ ਭੱਜਿਆਂ ਨੂੰ ਜਦੋਂ ਵਾਹਣ ਹੁੰਦੇ ਨੇ ਉਹ ਬਰਾਬਰੀ ਹੁੰਦੇ ਨੇ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਹੋਰੀ, ਬਿਲਕੁਲ ਇਹ ਗੱਲ ਤੁਹਾਡੀ ਠੀਕ ਹੈ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਜਿਹੜੀ ਇਹ ਅੱਜ ਬਿਆਨ ਹੈ, ਇਹ ਕਾਫੀ ਜਿਹੜੀ ਹੈਗੀ ਹੈ ਕੈਪਟਨ ਸਾਹਿਬ ਦੇ ਲਈ ਔਰ ਕੈਪਟਨ ਸਰਕਾਰ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ। ਕਿਉਂਕਿ ਕੈਪਟਨ ਸਾਹਿਬ ਆਪਾਂ ਨੂੰ ਪਤਾ ਹੈ ਕਿ ਲਗਾਤਾਰ ਸਿਰਫ ਰਾਜਨੀਤੀ ਹੀ ਕਰ ਰਹੇ ਨੇ। ਹੁਣ 4.5 ਸਾਲ ਉਹਨਾਂ ਨੇ ਰਾਜਨੀਤੀ ਕੀਤੀ ਹੈ, ਕੋਈ ਹੋਰ ਸਹੂਲਤਾਂ ਨਹੀਂ ਦਿੱਤੀਆਂ ਲੋਕਾਂ ਨੂੰ, ਕੋਈ ਹੋਰ ਵਾਅਦੇ ਪੂਰੇ ਨਹੀਂ ਕੀਤੇ। ਜਿੰਨੇ ਵੀ ਵਾਅਦੇ ਉਹਨਾਂ ਨੇ, ਮੈਨੂੰ ਲੱਗਦਾ ਹੈ ਕਿ ਜਿੰਨੇ ਵਾਅਦੇ ਪੂਰੇ ਕੀਤੇ ਉਹਦੇ ਚੋਂ ਅੱਜ ਤੱਕ ਕੋਈ ਅੱਧਾ ਵਾਅਦਾ ਵੀ ਜਿਹੜਾ ਹੈਗਾ ਪੂਰਾ ਨਹੀਂ ਹੋਇਆ। ਸੋ ਇਸ ਕਰਕੇ ਕਿਸਾਨ ਜਿਹੜੇ ਨੇ ਹੁਣ ਅੱਜ ਉਹਨਾਂ ਦੇ ਉੱਤੇ ਸਵਾਲੀਆ ਚਿੰਨ੍ਹ ਲਾ ਰਹੇ ਨੇ, ਕਿਸਾਨ ਜਿਹੜੇ ਨੇ ਉਹਨਾਂ ਦੇ ਆਪਣੇ ਘਰ ਨੂੰ ਘੇਰ ਰਹੇ ਨੇ, ਕਿਸਾਨ ਜਿਹੜੇ ਨੇ ਅੱਜ ਉਹਨਾਂ ਦੇ ਸਾਰਾ ਕੁਝ ਪਰਵਾਹ ਨਾ ਕਰਦੇ ਹੋਏ ਜਿਹੜਾ ਹੈਗਾ ਇਹ ਸਾਰੀਆਂ ਚੀਜ਼ਾਂ ਕਰ ਰਹੇ ਨੇ, ਸੰਘਰਸ਼ ਕਰ ਰਹੇ ਨੇ। ਕਿੱਥੇ ਤਾਂ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਸੀ ਕੈਪਟਨ ਸਾਹਿਬ ਨੂੰ, ਕਿੱਥੇ ਤਾਂ ਇਹ ਕਹਿਣਾ ਚਾਹੀਦਾ ਸੀ ਕਿ ਮੈਂ ਤੁਹਾਡੇ ਨਾਲ ਆ, ਬਿਲਕੁਲ ਤੁਸੀਂ ਤੁਹਾਡੀਆਂ ਜਿਹੜੀਆਂ ਵੀ ਮੰਗਾਂ ਨੇ ਮੈਂ ਉਹਨਾਂ ਨੂੰ ਪੂਰੀਆਂ ਕਰਾਂਗਾ। ਕਿੱਥੇ ਤਾਂ ਇਹ ਆਉਣਾ ਚਾਹੀਦਾ, ਕਿਤੇ ਉਹਨਾਂ ਨੇ ਡਰਾਵਾ ਦੇ ਕੇ ਇਹ ਕਹਿਤਾ ਕਿ ਅਸੀਂ ਇੱਥੋਂ ਤੁਹਾਡਾ ਧਰਨੇ ਜਿਹੜੇ ਨੇ ਉਹ ਨਹੀਂ ਲੱਗਣ ਦੇਵਾਂਗੇ। ਔਰ ਕਿਉਂਕਿ ਇਸ ਵੇਲੇ ਕਰੋਨਾ ਦਾ ਦੌਰ ਚੱਲ ਰਿਹਾ, ਇਹ ਮੈਨੂੰ ਲੱਗਦਾ ਹੈ ਕਿ ਹਮੇਸ਼ਾ ਹੀ ਤੁਸੀਂ ਦੇਖੋਗੇ ਕਿ ਕੈਪਟਨ ਸਾਹਿਬ ਦੀ ਸਰਕਾਰ ਦੀ ਜਿਹੜੀ ਹੈਗੀ ਹੈ ਦੋਗਲੀ ਨੀਤੀ ਰਹੀ ਹੈ। ਕਿਸਾਨ ਇਸ ਤੋਂ ਵੀ ਪਹਿਲਾਂ ਜਿਹੜੇ ਨੇ ਕੁੱਟੇ ਜਾਂਦੇ ਰਹੇ ਆ, ਤੁਹਾਨੂੰ ਪਤਾ ਹੈ ਕਿ ਉਹਨਾਂ ਦੇ ਉੱਤੇ ਪਰਚੇ ਵੀ ਹੁੰਦੇ ਰਹੇ ਆ, ਉਹਨਾਂ ਦਾ ਕੁਟਾਪਾ ਵੀ ਹੁੰਦਾ ਰਿਹਾ ਇਸ ਰਾਜ ਦੇ ਵਿੱਚ, ਔਰ ਬਹੁਤ ਸਾਰੀਆਂ ਨੂੰ ਜੇਲ੍ਹਾਂ ਵਿੱਚ ਵੀ ਸੁੱਟਿਆ ਜਾਂਦਾ ਰਿਹਾ।
ਸੋ ਇਸ ਕਰਕੇ ਕੈਪਟਨ ਸਾਹਿਬ ਦੀ ਤਾਂ ਇੱਕ ਪਰੰਪਰਾ ਰਹੀ ਹੈ। ਤੁਸੀਂ ਦੇਖੋਗੇ ਕਿ ਪੈਪਸੂ ਦੀ ਮੁਜ਼ਾਹਰਾ ਲਹਿਰ, ਇੱਥੇ ਮੈਂ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹਣਾ ਕਿ ਪੈਪਸੂ ਦੀ ਮੁਜ਼ਾਹਰਾ ਲਹਿਰ ਕੀ ਸੀਗੀ। ਪੈਪਸੂ ਦੀ ਮੁਜ਼ਾਹਰਾ ਲਹਿਰ ਦਾ ਜਿਹੜੀ ਕਿ ਮਾਲਵੇ ਦੇ ਵਿੱਚ ਬਹੁਤ, ਜਿਹੜੀ ਮੈਂ ਸੁਤੰਤਰ ਦੀ ਗੱਲ ਕਰ ਰਿਹਾ, ਉਹ ਪੈਪਸੂ ਦੀ ਮੁਜ਼ਾਹਰਾ ਲਹਿਰ ਦੇ ਵੱਡੇ ਲੀਡਰ ਸੀਗੇ। ਔਰ ਸੁਖਵਿੰਦਰ ਜੀ, ਇੱਕ ਗੱਲ ਜ਼ਰੂਰ ਦਰਸ਼ਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪਟਿਆਲੇ ਦੇ ਵਿੱਚ ਕਿਸੇ ਵੀ ਮਹਾਰਾਜੇ ਦਾ ਬੁੱਤ ਨਹੀਂ ਲੱਗਿਆ, ਸਿਰਫ ਇੱਕੋ ਹੀ ਬੁੱਤ ਲੱਗਿਆ। ਉਹ ਕਿਹਦਾ ਲੱਗਿਆ? ਠੀਕਰੀ ਵਾਲਾ ਸਾਹਿਬ ਦਾ। ਤੁਸੀਂ ਦੇਖੋਗੇ ਠੀਕਰੀ ਵਾਲਾ ਦਾ ਬੁੱਤ। ਠੀਕਰੀ ਵਾਲਾ ਕੌਣ ਸੀਗੇ? ਇਹ ਸੀਗੇ ਪੈਪਸੂ ਦੀ ਮੁਜ਼ਾਹਰਾ ਲਹਿਰ ਦੇ ਵੱਡੇ ਲੀਡਰ, ਜਿਨ੍ਹਾਂ ਨੂੰ ਕਿ ਮਹਾਰਾਜਾ ਭੁਪਿੰਦਰ ਸਿੰਘ ਹੋਰਾਂ ਦੇ ਨੇ ਜੇਲ੍ਹ ਦੇ ਵਿੱਚ ਜਿਹੜਾ ਹੈਗੇ ਸ਼ਹੀਦ ਕਰ ਦਿੱਤਾ ਸੀਗਾ। ਸੋ ਸੇਵਾ ਸਿੰਘ ਠੀਕਰੀ ਵਾਲਾ ਦਾ ਬੁੱਤ ਜਿਹੜਾ ਹੈਗਾ ਲੱਗਣਾ, ਇਹ ਆਪਣੇ ਆਪ 'ਚ ਦਰਸਾਉਂਦਾ ਹੈ ਪੰਜਾਬ ਦੇ ਲੋਕ ਉਹਨਾਂ ਨੂੰ ਪਿਆਰ ਕਰਦੇ ਆ ਜਿਹੜੇ ਕਿਸਾਨਾਂ ਦੇ ਨਾਲ ਖੜਦੇ ਆ। ਸੋ ਉਹਨਾਂ ਨੂੰ ਪਸੰਦ ਨਹੀਂ ਕਰਦੇ ਜਿਨ੍ਹਾਂ ਨੇ ਲੋਕਾਂ ਨੂੰ ਮਰਵਾਇਆ ਔਰ ਲੋਕਾਂ ਦੇ ਉੱਤੇ ਗੋਲੀਆਂ ਚਲਵਾਈਆਂ। ਪੈਪਸੂ ਮੁਜ਼ਾਹਰਾ ਲਹਿਰ ਨੂੰ ਕੁਚਲਣ ਦੇ ਲਈ ਉਸ ਵੇਲੇ ਮਹਾਰਾਜਾ ਭੁਪਿੰਦਰ ਸਿੰਘ ਹੋਰਾਂ ਨੇ ਬਹੁਤ ਤਸ਼ੱਦਦ ਜਿਹੜਾ ਸੀਗਾ ਕਿਸਾਨਾਂ ਦੇ ਉੱਤੇ ਕੀਤਾ ਸੀਗਾ। ਸੋ ਇਸ ਕਰਕੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਮਹਾਰਾਜਾ ਭੁਪਿੰਦਰ ਸਿੰਘ ਹੋਰਾਂ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੱਕ ਇਹਨਾਂ ਦੀ ਇੱਕ ਪਰੰਪਰਾ ਰਹੀ ਹੈ ਕਿ ਇਹਨਾਂ ਨੇ ਕਿਸਾਨਾਂ ਨੂੰ ਦਬਾਇਆ ਹੈ, ਕੁਚਲਿਆ ਹੈ ਔਰ ਖਤਮ ਕੀਤਾ ਹੈ, ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਉਹੀ ਕੰਮ ਜੋ ਇਹਨਾਂ ਦੇ ਪੁਰਖਿਆਂ ਨੇ ਕੀਤਾ ਸੀਗਾ ਕੈਪਟਨ ਸਾਹਿਬ ਦੇ ਨੇ, ਉਹੀ ਇਹ ਹੁਣ ਕਿਸਾਨਾਂ ਨੂੰ ਕੁਚਲਣ ਦੇ ਲਈ ਕਰ ਰਹੇ ਨੇ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਆਉਣਾ ਮੈਦਾਨ ਦੇ ਵਿੱਚ ਇਹ ਇੱਕ ਵੱਡਾ ਚੈਲੰਜ ਹੈ ਕੈਪਟਨ ਸਾਹਿਬ ਨੂੰ। ਸੋ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੈਪਟਨ ਸਾਹਿਬ ਜਿਹੜੇ ਨੇ ਉਹ ਜਿਹੜੇ ਨੇ ਹੋ ਸਕਦਾ ਕਿ ਉਹਨਾਂ ਦੇ ਲਈ ਔਖੇ ਘੜੀ ਆ ਜਾਏ, ਕਿਉਂਕਿ ਆਲਰੇਡੀ ਆਪਾਂ ਨੂੰ ਪਤਾ ਹੈ ਕਿ ਪਹਿਲਾਂ ਹੀ ਬਹੁਤ ਸਾਰੇ ਜਿਹੜੇ ਵਿਧਾਇਕ ਨੇ, ਮਿਨਿਸਟਰ ਸਾਹਿਬਾਨ ਨੇ, ਉਹ ਕੈਪਟਨ ਸਾਹਿਬ ਦੇ ਵਿਰੁੱਧ ਜਿਹੜੇ ਨੇ ਉਹਨਾਂ ਨੇ ਮੋਰਚਾ ਖੋਲਿਆ ਹੋਇਆ। ਕਾਟੋ ਕਲੇਸ਼ ਵੱਧ ਰਿਹਾ, ਦਿਨੋਂ ਦਿਨ ਵੱਧ ਰਿਹਾ ਔਰ ਹੋ ਸਕਦਾ ਹੈ ਕਿ ਜਿਹੜੀ ਇਹਨਾਂ ਦੀ ਹਾਈ ਕਮਾਂਡ ਹੈ ਕਾਂਗਰਸ ਦੀ, ਉਹ ਕੋਈ ਵੱਡਾ ਫੈਸਲਾ ਲੈ ਕੇ ਕੋਈ ਹੋਰ ਨਵੀਂ ਜਿਹੜੀ ਹੈਗੀ ਹੈ ਨਵੀਂ ਕੋਈ ਸਫਬੰਦੀ ਕਰੇ, ਨਵੇਂ ਲੋਕਾਂ ਨੂੰ ਅੱਗੇ ਲੈ ਕੇ ਆਏ। ਇਹ ਕਾਫੀ ਸੰਭਾਵਨਾਵਾਂ ਇਸ ਵੇਲੇ ਨਜ਼ਰ ਆ ਰਹੀਆਂ ਨੇ ਸੁਖਵਿੰਦਰ ਜੀ। ਬਿਲਕੁਲ। ਤਾਂ ਡਾਕਟਰ ਸਾਹਿਬ, ਕਿਸ ਤਰੀਕੇ ਦੇ ਨਾਲ ਹੁਣ ਆਪਾਂ ਅਗਲੀ ਖਬਰ ਦੀ ਗੱਲਬਾਤ ਕਰੀਏ, ਜਿਸ ਤਰੀਕੇ ਦੇ ਨਾਲ ਭਾਜਪਾ ਦੇ ਵੱਲੋਂ ਐਸਸੀ ਮੋਰਚੇ ਦੇ ਵੱਲੋਂ ਐਲਾਨ ਕੀਤਾ ਗਿਆ, ਐਸਸੀ ਮੋਰਚੇ ਜਿਹੜੇ ਪੰਜਾਬ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਜਿਹੜਾ ਐਸਸੀ ਮੁੱਖ ਮੰਤਰੀ ਦਾ ਚਿਹਰਾ ਹੋਏਗਾ, ਐਸਸੀ ਵਿਅਕਤੀ ਨੂੰ ਸੀਐਮ ਦਾ ਚਿਹਰਾ ਸਾਡੇ ਵੱਲੋਂ ਐਲਾਨਿਆ ਜਾਵੇਗਾ। ਕਿਵੇਂ ਦੇਖਦੇ ਹੋ? ਇਸ ਦੇ ਨਾਲ ਭਾਜਪਾ ਨੂੰ ਕੋਈ ਫਾਇਦਾ ਹੋਵੇਗਾ ਜਾਂ ਸਿਰਫ ਕਿਤੇ ਨਾ ਕਿਤੇ ਇੱਕ ਦਲਿਤ ਵੋਟਰਾਂ ਨੂੰ ਭਰਮਾਉਣ ਦੇ ਲਈ, ਜਿਸ ਤਰੀਕੇ ਦੇ ਨਾਲ ਇਹ ਗੱਲਾਂ ਬਾਤਾਂ ਹੋ ਰਹੀਆਂ ਨੇ, ਸਿਰਫ ਗ੍ਰਾਫ ਪੱਧਰ ਉੱਚਾ ਚੱਕਣ ਦੇ ਲਈ ਹੋ ਰਿਹਾ ਸਭ ਕੁਝ? ਸੁਖਵਿੰਦਰ ਜੀ, ਇੱਕ ਹੁੰਦਾ ਕਿ ਮੁਗੇਰੀ ਲਾਲ ਕੇ ਸੁਪਨੇ, ਜੋ ਬੜਾ ਵਧੀਆ ਸੀਰੀਅਲ ਚੱਲਦਾ ਸੀਗਾ ਔਰ ਉਹਦੇ ਵਿੱਚ ਇਹੀ ਦੱਸਿਆ ਜਾਂਦਾ ਸੀਗਾ ਕਿ ਜਿਹੜਾ ਬੰਦਾ ਸੁਪਨਿਆਂ 'ਚ ਹੀ ਰਹਿੰਦਾ ਹੈ, ਹਵਾ 'ਚ ਹੀ ਗੱਲਾਂ ਕਰਦਾ ਹੈ, ਉੱਦਾਂ ਦੀ ਗੱਲਾਂ ਜਿਹੜੀਆਂ ਨੇ ਭਾਜਪਾ ਦੇ ਲੀਡਰ ਜਿਹੜੇ ਨੇ ਇਸ ਵੇਲੇ ਕਰ ਰਹੇ ਨੇ। ਆਪਾਂ ਨੂੰ ਵੀ ਪਤਾ ਹੈ ਕਿ ਇਸ ਵੇਲੇ ਜੇ ਆਪਾਂ ਇਕੱਲੇ ਪੰਜਾਬ ਦੀ ਮੈਂ ਗੱਲ ਨਹੀਂ ਕਰ ਰਿਹਾ, ਚਾਹੇ ਯੂਪੀ ਹੋਵੇ, ਉੱਤਰਾਖੰਡ ਹੋਵੇ, ਬੰਗਾਲ ਆਪਾਂ ਨੇ ਦੇਖ ਹੀ ਲਿਆ। ਸੋ ਬਾਕੀ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਮੋਦੀ ਲਹਿਰ ਸੀਗੀ, ਉਹ ਮੈਨੂੰ ਲੱਗਦਾ ਉਹਦਾ ਗ੍ਰਾਫ ਇੰਨਾ ਗਿਰ ਚੁੱਕਿਆ ਕਿ ਹੁਣ ਇਕੱਲੇ ਪੰਜਾਬ 'ਚ ਹੀ ਨਹੀਂ, ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ 24 ਦੇ ਵਿੱਚ ਖਾਸ ਤੌਰ ਤੇ ਬੀਜੇਪੀ ਦਾ ਜੋ ਸੁਪੜਾ ਸਾਫ਼ ਹੋਣਾ ਹੈ ਔਰ ਉਹਦੇ ਬਾਰੇ ਕਿਆਸ ਰਾਈਆਂ ਜਿਹੜੀਆਂ ਨੇ ਹੁਣ ਹੋਣੀਆਂ ਸ਼ੁਰੂ ਹੋ ਗਈਆਂ ਨੇ। ਸੋ ਮੋਦੀ ਦੀ ਹਵਾ ਨਿਕਲ ਚੁੱਕੀ ਹੈ। ਸੋ ਇਸ ਕਰਕੇ ਤੁਸੀਂ ਦੇਖੋਗੇ ਕਿ ਪੰਜਾਬ ਦੇ ਵਿੱਚ ਚਾਹੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਬੀਜੇਪੀ ਵਾਲਿਆਂ ਦੇ ਹੋ ਸਕਦਾ ਕਿ ਇਹਨਾਂ ਨੂੰ 117 ਕੈਂਡੀਡੇਟ ਵੀ ਨਾ ਮਿਲਣ। ਸੋ ਮੁੱਖ ਮੰਤਰੀ ਦਾ ਕੀ ਬਣਾਉਣਾ ਇਹਨਾਂ ਨੇ। ਸੋ ਇਸ ਕਰਕੇ ਇਹ ਇੱਕ ਸੁਪਨੇ ਨੇ ਮੁੰਗੇਰੀ ਲਾਲ ਦੇ। ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇੱਦਾਂ ਹੀ ਸਾਨੂੰ ਲੋਕ ਵੋਟਾਂ ਪਾ ਦੇਣਗੇ। ਮੈਨੂੰ ਨਹੀਂ ਲੱਗਦਾ ਕਿ ਲੋਕ ਜਿਹੜੇ ਨੇ ਇੱਦਾਂ ਦੇ ਮਤਲਬ ਲੋਕਾਂ ਨੂੰ ਨੇੜੇ ਲਾਉਣਗੇ। ਬੀਜੇਪੀ ਦਾ ਜੋ ਜਿੰਨਾ ਕੁ ਉਹਨਾਂ ਨੇ ਸੱਤਾ ਚਾਉਣਾ ਸੀਗਾ ਉਹ ਆ ਚੁੱਕੇ ਨੇ। ਹੁਣ ਇਸ ਤੋਂ ਬਾਅਦ ਮੈਨੂੰ ਲੱਗਦਾ ਨਹੀਂ ਹੈ ਕਿ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਉਹਨਾਂ ਨੂੰ ਕੋਈ, ਆਪਾਂ ਪਿਛਲੇ ਯੂਪੀ ਦੀਆਂ ਤੁਸੀਂ ਪੰਚਾਇਤ ਚੋਣਾਂ ਦਾ ਰਿਜ਼ਲਟ ਦੇਖੀ ਹੋਏਗਾ ਕਿ ਯੂਪੀ ਦੇ ਵਿੱਚ ਜਿੱਥੇ ਉਹਨਾਂ ਦੀ ਸੱਤਾ ਹੈ ਉੱਥੇ ਵੀ ਜਿਹੜਾ ਹੈਗਾ ਉਹਦਾ ਸੁਪਨਾ ਸਾਫ਼ ਹੋ ਚੁੱਕਿਆ ਹੈ। ਸੋ ਇਸ ਕਰਕੇ ਪੰਜਾਬ ਦੇ ਵਿੱਚ ਇਹ ਆਪਾਂ ਨਹੀਂ ਮੰਨ ਸਕਦੇ ਕਿ ਇਹ ਕਿਸੇ ਐਸੀ ਚਿਹਰੇ ਨੂੰ ਅੱਗੇ ਲਾ ਕੇ ਇੱਥੇ ਕੋਈ ਸੱਤਾ ਬਣਾ ਲੈਣਗੇ। ਇਹਦੀਆਂ ਸੰਭਾਵਨਾਵਾਂ ਨਹੀਂ ਨਜ਼ਰ ਆਉਂਦੀਆਂ। ਉਹਦਾ ਰੀਜ਼ਨ ਇਹੀ ਹੈ ਕਿ ਬੇਸ਼ੱਕ ਆਪਾਂ ਨੂੰ ਪਤਾ ਹੈ ਕਿ
ਦਲਿਤ ਚਿਹਰੇ ਨੂੰ ਇਹ ਅੱਗੇ ਲੈ ਕੇ ਆਉਣ। ਪਰ ਜਿਹੜਾ ਇੱਕ ਓਵਰਆਲ ਸੋਚ ਹੈ ਬੀਜੇਪੀ ਦੀ, ਉਹ ਦਲਿਤ ਵਿਰੋਧੀ ਰਹੀ ਹੈ। ਚਾਹੇ ਉਹ, ਆਪਾਂ ਨੂੰ ਪਤਾ ਹੈ ਕਿ ਚਾਹੇ ਉਹ ਜਿਹੜੀ ਪਾਰਟੀ ਹੈ ਉਹ ਇੱਕ ਹਿੰਦੂਤਵ ਦੇ ਏਜੰਡੇ ਵਾਲੀ ਪਾਰਟੀ ਹੈ। ਹਿੰਦੂਤਵ ਕੀ ਮੰਨਦਾ? ਹਿੰਦੂਤਵ ਇਹੀ ਮੰਨਦਾ ਕਿ ਜਿਹੜੀ ਜਾਤ ਪਾਤ ਹੈ ਸਿਸਟਮ ਦੇ ਵਿੱਚ, ਉਹ ਹੋਣੀ ਚਾਹੀਦੀ ਹੈ। ਮਨੂ ਸਿਮਰਤੀ ਨੂੰ ਤਾਂ ਉਹ ਕਹਿੰਦੇ ਨੇ ਕਿ ਇਹ ਸਾਡਾ ਸੰਵਿਧਾਨ ਹੈ। ਸੋ ਇਸ ਕਰਕੇ ਜੇ ਮਨੂ ਸਿਮਰਤੀ ਨੂੰ ਮੰਨਦੇ ਨੇ, ਇਹਦਾ ਮਤਲਬ ਹੈ ਕਿ ਉਹ ਜਿਹੜੇ ਇਹ ਸਾਡੇ ਸੰਵਿਧਾਨ ਨੂੰ ਮੰਨਣ ਨੂੰ ਜਿਹੜੇ ਨੇ ਇਨਕਾਰ ਕਰਦੇ ਆ। ਉਹ ਇਸ ਕਰਕੇ ਤੁਸੀਂ ਦੇਖੋਗੇ ਕਿ ਜਿਹੜਾ ਸਾਡੀ ਪ੍ਰਿੰਬਲ ਹੈ, ਸਾਡੇ ਸੰਵਿਧਾਨ ਦੀ ਜਿਹੜਾ ਬੁਨਿਆਦ ਹੈ, ਉਹਦੇ ਵਿੱਚ 2 ਸ਼ਬਦ ਲਿਖੇ ਹੋਏ ਨੇ। ਇੱਕ ਸ਼ਬਦ ਹੈ ਕਿ ਧਰਮ ਨਿਰਪੱਖਤਾ, ਇੱਕ ਹੈ ਸਮਾਜਵਾਦ। ਹੁਣ ਇਹਨਾਂ ਦੇ ਹੀ ਐਮਪੀ ਨੇ ਇੱਕ ਰਿਟ ਪਾਈ ਹੋਈ ਹੈ ਕਿ ਇਹ ਸੰਵਿਧਾਨ ਦੇ ਵਿੱਚੋਂ ਇਹ ਦੋਨੋਂ ਸ਼ਬਦ ਵਾਪਸ ਹੋਣੇ ਚਾਹੀਦੇ ਨੇ, ਖਤਮ ਹੋਣੇ ਚਾਹੀਦੇ ਨੇ। ਸੋ ਇਸ ਕਰਕੇ ਇੱਥੋਂ ਉਹਨਾਂ ਦੀ ਨੀਤ ਦਾ ਪਤਾ ਲੱਗਦਾ ਹੈ ਕਿ ਜਿਹੜੀ ਬੀਜੇਪੀ ਹੈ ਉਹ ਨਾ ਤਾਂ ਦਲਿਤਾਂ ਦੇ ਪੱਖ 'ਚ ਖੜੀ ਹੈ। ਅੱਜ ਤੱਕ ਉਹਨਾਂ ਨੇ ਬਹੁਤ ਸਾਰੇ, ਜਿਹੜੇ ਤੁਸੀਂ ਦੇਖੋਗੇ ਕਿ ਪੂਰੇ ਜਦੋਂ ਇਤਿਹਾਸ ਦੇਖਦੇ ਆ ਭਾਜਪਾ ਦਾ, ਤਾਂ ਉਹਦੇ ਵਿੱਚ ਦਲਿਤ ਵਿਰੋਧੀ ਚਿਹਰਾ ਨਜ਼ਰ ਆਉਂਦਾ ਹੈ। ਤੇ ਦੂਜੇ ਪਾਸੇ ਉਹ ਜਿਹੜੀਆਂ ਘੱਟ ਗਿਣਤੀਆਂ ਦੇ ਖਿਲਾਫ ਖੜੀ ਰਹੀ ਹੈ, ਚਾਹੇ ਉਹ ਮੁਸਲਮਾਨ ਘੱਟ ਗਿਣਤੀਆਂ ਹੋਣ, ਚਾਹੇ ਦੂਜੀਆਂ ਘੱਟ ਗਿਣਤੀਆਂ ਹੋਣ, ਉਹਨਾਂ ਦੇ ਖਿਲਾਫ ਜਿਹੜੀ ਹੈਗੀ ਖੜਦੀ ਨਜ਼ਰ ਆਉਂਦੀ ਹੈ। ਕਿਵੇਂ ਦੇਖਦੇ ਹੋ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਐਸਸੀ ਦੇ ਚਿਹਰੇ ਦਾ ਐਲਾਨ ਕੀਤਾ ਗਿਆ? ਠੀਕ ਹੈ, ਤੁਸੀਂ ਚੰਗੀ ਗੱਲ ਹੈ ਜੇਕਰ ਕਿਸੇ ਐਸਸੀ ਚਿਹਰੇ ਨੂੰ ਅੱਗੇ ਲੈ ਕੇ ਆਉਂਦੇ ਹੋ, ਐਸਸੀ ਚਿਹਰੇ ਨੂੰ ਉਮੀਦਵਾਰ ਬਣਾਉਂਦੇ ਹੋ, ਠੀਕ ਹੈ, ਚੰਗੀ ਗੱਲ ਹੈ। ਪਰ ਜਿਸ ਤਰੀਕੇ ਦੇ ਨਾਲ ਰੌਲਾ ਪਾ ਕੇ ਜਿਹੜਾ ਕਹਿਣਾ ਕਿ ਅਸੀਂ ਐਸਸੀ ਚਿਹਰੇ ਨੂੰ ਐਲਾਨਾਂਗੇ, ਅਸੀਂ ਐਸਸੀ ਚਿਹਰੇ ਨੂੰ, ਜੇ ਤੁਸੀਂ ਲੈ ਕੇ ਆਉਣਾ ਤਾਂ ਚੁੱਪ ਕਰਕੇ ਉਹਨੂੰ ਤੁਸੀਂ ਉਮੀਦਵਾਰ ਐਲਾਨ ਦਿਓ, ਠੀਕ ਹੈ। ਪਰ ਜਿਸ ਤਰੀਕੇ ਦੇ ਨਾਲ ਰੌਲਾ ਪਾਇਆ ਜਾ ਰਿਹਾ, ਜਿਸ ਤਰੀਕੇ ਦੇ ਨਾਲ ਪਹਿਲਾਂ ਇਲਜ਼ਾਮ ਲੱਗਦੇ ਆ ਰਿਹਾ ਕਿ ਹਿੰਦੂਤਵ ਦੇ ਉੱਪਰ ਰਾਜਨੀਤੀ, ਹੁਣ ਜਾਤ ਦੇ ਉੱਪਰ ਰਾਜਨੀਤੀ, ਕਿਤੇ ਨਾ ਕਿਤੇ ਜਾਤ, ਵਰਗ ਤੇ ਧਰਮ ਦੀ ਜਿਹੜੀ ਰਾਜਨੀਤੀ ਨੂੰ ਉਹਨੂੰ ਹੁੰਗਾਰਾ ਮਿਲ ਰਿਹਾ, ਹੁੰਗਾਰਾ ਦੇ ਰਹੇ ਨੇ ਇਹ ਕਿਤੇ ਨਾ ਕਿਤੇ ਇਹਨੂੰ ਵੱਧ ਤੋਂ ਵੱਧ ਹੁਲਾਰਾ ਦੇ ਰਹੇ ਨੇ। ਕਿਤੇ ਨਾ ਕਿਤੇ ਜਾਤ, ਵਰਗ ਤੇ ਧਰਮ ਦੇ ਆਧਾਰ ਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਬੀਜੇਪੀ ਦੇ ਵੱਲੋਂ ਜਿਹੜੀ ਪਿਛਲੀ ਰਾਜਨੀਤੀ ਵੀ ਕੀਤੀ ਜਾ ਰਹੀ ਹੈ, ਤੇ ਹੁਣ ਤਾਂ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਵੀ ਉਹੀ ਉਸ ਤਰੀਕੇ ਦੀ ਜਿਹੜੀ ਭਾਈਚਾਰਕ ਸਾਂਝ ਨੂੰ ਖਤਮ ਕਰਨ ਦੇ ਲਈ ਇਹ ਜਿਹੜੀਆਂ ਚਾਲਾਂ ਚੱਲੀਆਂ ਜਾ ਸਕਦੀਆਂ ਨੇ। ਜੀ, ਮੈਂ ਇਹੀ ਗੱਲ ਸੁਖਵਿੰਦਰ ਜੀ ਕਹਿ ਰਿਹਾ ਕਿ ਜਿੱਥੇ ਵੀ ਚੋਣਾਂ ਹੋਈਆਂ ਨੇ, ਤੁਸੀਂ ਦੇਖੋ ਚਾਹੇ ਬੰਗਾਲ ਦੇ ਪਿਛਲੇ ਦਿਨਾਂ 'ਚ ਬੰਗਾਲ ਦੇ ਵਿੱਚ ਚੋਣਾਂ ਹੋਈਆਂ, ਤਾਂ ਇਹਨਾਂ ਨੇ ਉੱਥੇ ਹਿੰਦੂ ਔਰ ਮੁਸਲਮਾਨ ਦਾ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਦਿੱਲੀ ਦੇ ਵਿੱਚ ਤੁਹਾਨੂੰ ਪਤਾ ਹੋਏਗਾ, ਆਪਾਂ ਨੂੰ ਸਾਰਿਆਂ ਨੂੰ ਯਾਦ ਹੈ ਕਿ ਜਦੋਂ ਦਿੱਲੀ ਦੀਆਂ ਚੋਣਾਂ ਹੋ ਰਹੀਆਂ ਸੀ ਤਾਂ ਉੱਥੇ ਵੀ ਉਹਨਾਂ ਨੇ ਦੰਗੇ ਕਰਵਾਤੇ। ਸੋ ਇਸ ਕਰਕੇ ਜਿੱਥੇ ਬੀਜੇਪੀ ਨੂੰ ਲੱਗਦਾ ਹੈ ਕਿ ਦੰਗੇ ਕਰਵਾ ਕੇ ਅਸੀਂ ਪੋਲਰਾਈਜੇਸ਼ਨ ਕਰ ਸਕਦੇ ਹਾਂ, ਲੋਕਾਂ ਨੂੰ ਵੰਡ ਸਕਦੇ ਹਾਂ, ਲੋਕਾਂ ਨੂੰ ਪਾੜ ਕੇ ਇੱਕ ਵੋਟਾਂ ਜਿਹੜੀਆਂ ਨੇ ਉਹ ਲਈਆਂ ਜਾ ਸਕਦੀਆਂ ਨੇ। ਹੁਣ ਉਹਨਾਂ ਨੂੰ ਲੱਗਦਾ ਹੈ ਕਿ ਕਿਉਂਕਿ ਇੱਥੇ ਪੰਜਾਬ ਦੇ ਵਿੱਚ 36% ਜਿਹੜੇ ਲੋਕ ਦਲਿਤ ਲੋਕ ਨੇ, ਜਿਹਦੇ ਵਿੱਚ SC BC ਲੋਕ ਨੇ, ਔਰ ਇਹ ਮੈਨੂੰ ਲੱਗਦਾ ਕਿ ਇਹ ਗਿਣਤੀ ਸਾਰਿਆਂ ਪੂਰੇ ਪੰਜਾਬ ਦੀ ਜਿਹੜੀ ਗਿਣਤੀ ਹੈ, ਇਹ ਪੂਰੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਗਿਣਤੀ ਹੈ ਦਲਿਤ ਭਾਈਚਾਰੇ ਦੀ। ਸੋ ਉੱਥੇ ਇਦਾਂ ਦੀਆਂ ਗੱਲਾਂ ਕਰਨੀਆਂ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਪੰਜਾਬ ਦਾ ਜਿਹੜਾ ਦਲਿਤ ਹੈ ਉਹ UP ਦੇ ਔਰ ਬਿਹਾਰ ਦੇ ਦਲਿਤ ਨਾਲੋਂ ਵੱਖਰਾ ਹੈ। ਉਹ ਕੋਈ ਇਦਾਂ ਫਿਰਕਿਆਂ 'ਚ ਵੰਡਿਆ ਨਹੀਂ ਹੋਇਆ। ਉਹਦੇ ਵਿੱਚ ਜਿਹੜਾ ਹੈਗਾ ਉਸ ਕਿਸਮ ਦੀ ਜਿਹੜੀ ਗੱਲ ਇਹ ਵੰਡਣਾ ਚਾਹੁੰਦੇ ਨੇ, ਉਦਾਂ ਦੀ ਨਹੀਂ ਹੈ, ਕਿਉਂਕਿ ਸਾਡੇ ਗੁਰੂਆਂ ਨੇ ਸਾਨੂੰ ਇੱਕ ਕੀਤਾ ਹੈ। ਸਾਡੇ ਜਿਹੜੀ ਵੱਡੀ ਗੱਲ ਹੈ ਪੰਜਾਬ ਦੀ ਇਸ ਲਈ ਵੱਖਰਾ ਹੈ ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਤਾਂ ਇਹੀ ਸੰਦੇਸ਼ ਦਿੱਤਾ ਕਿ ਸਭੈ ਸਾਂਝੀਵਾਲਤਾ ਦਾ ਜਿਹੜਾ ਸੰਦੇਸ਼ ਹੈ ਗੁਰੂ ਸਾਹਿਬ ਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਕਾ ਭਲਾ। ਅਸੀਂ ਤਾਂ ਸਰਬਤ ਦਾ ਭਲਾ ਚਾਹੁਣ ਵਾਲੇ ਲੋਕ ਆ। ਸੋ ਇਹ ਲੋਕ ਜਿਹੜੇ ਨੇ ਵੰਡੀਆਂ ਪਾ ਕੇ ਗੁਰੂ ਸਾਹਿਬ ਦੀ ਪਰੰਪਰਾ ਨੂੰ ਖਤਮ ਕਰਨਾ ਚਾਹੁੰਦੇ ਨੇ ਔਰ ਆਪਣੀ ਜਿਹੜੀ ਫੁੱਟ ਪਾਊ ਪਰੰਪਰਾ ਹੈ ਉਹਨੂੰ ਇੱਥੇ ਲਿਆਉਣਾ ਚਾਹੁੰਦੇ ਨੇ, ਤੇ ਇਦਾਂ ਦੇ ਲਾਲਚ ਦੇ ਕੇ ਲੋਕਾਂ ਨੂੰ ਜਿਹੜਾ ਹੈਗਾ ਆਪਸ ਵਿੱਚ ਲੜਾ ਕੇ ਵੋਟਾਂ ਦੀ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕਰਨਗੇ ਆਉਣ ਵਾਲੇ ਦਿਨਾਂ ਦੇ ਵਿੱਚ। ਸੋ ਇਹਨਾਂ ਗੱਲਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਪੰਜਾਬੀਆਂ ਨੂੰ, ਤਾਂ ਕਿ ਆਪਣਾ ਜਿਹੜਾ ਆਪਸੀ ਭਾਈਚਾਰਾ ਹੈ ਉਹ ਵੀ ਬਣਿਆ ਰਹਿਣਾ ਚਾਹੀਦਾ ਹੈ। ਇਹ ਜਿਹੜੇ ਲੀਡਰ ਸਾਹਿਬਾਨ ਨੇ, ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਇਹ ਲੋਕਾਂ ਨੂੰ ਵੰਡ ਕੇ ਇਦਾਂ ਹੀ ਜਿਹੜੀਆਂ ਨੇ ਕਰਦੀਆਂ ਰਹੀਆਂ ਨੇ ਹੁਣ ਤੱਕ। ਉਹਦੇ ਵਿੱਚੋਂ ਆਪਾਂ ਨੂੰ ਪਤਾ ਹੈ ਕਿ ਪੰਜਾਬ ਨੇ ਤਾਂ ਪਹਿਲਾਂ ਹੀ ਏਡਾ ਵੱਡਾ ਸੰਤਾਪ ਹੋ ਗਿਆ 47 ਵੇਲੇ। ਆਪਾਂ ਨੂੰ ਪਤਾ 10 ਲੱਖ ਲੋਕ ਜਿਹੜੇ ਨੇ ਸਾਡੇ ਪੰਜਾਬੀ ਉਹਦੇ ਵਿੱਚ ਮਾਰੇ ਗਏ ਸੀਗੇ। ਸੋ ਇਹ ਵੰਡੀਆਂ ਸਾਨੂੰ ਪਾਉਣ ਦੀ ਜਿਹੜੀ ਹੈਗੀ ਆ, ਜਿਹੜੀਆਂ ਵੀ ਪਾਰਟੀਆਂ ਕਰ ਰਹੀਆਂ ਨੇ, ਇਦਾਂ ਦੀਆਂ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰਨਗੀਆਂ ਆਉਣ ਵਾਲੇ ਦਿਨਾਂ ਦੇ, ਕਿਉਂਕਿ ਹੁਣ ਚੋਣਾਂ ਆ ਰਹੀਆਂ ਨੇ। ਸੋ ਉਹ ਵੰਡੀਆਂ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਔਰ ਸਾਡਾ ਆਪਸੀ ਭਾਈਚਾਰਾ ਹੈਗਾ ਉਹ ਜਿਹੜਾ ਉਹਦੀ ਜ਼ਿਆਦਾ ਲੋੜ ਹੈ, ਨਾ ਕਿ ਸਾਨੂੰ ਚਾਹੇ ਧਰਮ ਦੇ ਨਾਂ ਦੇ ਉੱਤੇ, ਜਾਤਾਂ ਦੇ ਨਾਂ ਦੇ ਉੱਤੇ, ਜਾਂ ਹੋਰ ਵੱਖ-ਵੱਖ ਭਾਈਚਾਰਿਆਂ ਦੇ ਨਾਂ ਦੇ ਉੱਤੇ, ਫਿਰਕਿਆਂ ਦੇ ਨਾਂ ਦੇ ਉੱਤੇ ਵੰਡ ਕੇ ਆਪਣਾ ਵੋਟ ਬੈਂਕ ਜਿਹੜਾ ਹੈਗਾ
ਪੱਕਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਇਦਾਂ ਦੀਆਂ ਪਾਰਟੀਆਂ। ਸੋ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕ ਇਹਨਾਂ ਦੀਆਂ ਕੂਟਨੀਤੀਆਂ ਦਾ ਹਿੱਸਾ ਬਣਨਗੇ, ਉਹਨਾਂ ਦੇ ਵਿੱਚ ਫਸਣਗੇ। ਪੰਜਾਬ ਦਾ ਵੋਟਰ ਜਿਹੜਾ ਹੈਗਾ, ਜਿਵੇਂ ਬੰਗਾਲ ਦੇ ਵਿੱਚ ਇਹਨਾਂ ਨੂੰ ਦਿਖਾਤਾ ਸ਼ੀਸ਼ਾ, ਉਸੇ ਤਰ੍ਹਾਂ ਜਿਵੇਂ ਦਿੱਲੀ ਦੇ ਵਿੱਚ ਲੋਕਾਂ ਨੇ ਸ਼ੀਸ਼ਾ ਦਿਖਾਤਾ ਸੀਗਾ ਭਾਜਪਾ ਵਾਲਿਆਂ ਨੂੰ, ਉਸੇ ਤਰ੍ਹਾਂ ਪੰਜਾਬ ਦਾ ਵੋਟਰ ਵੀ ਬੀਜੇਪੀ ਨੂੰ ਸ਼ੀਸ਼ਾ ਦਿਖਾਏਗਾ 22 ਦੇ ਵਿੱਚ। ਸੋ ਬੀਜੇਪੀ ਦੀਆਂ ਸੰਭਾਵਨਾਵਾਂ, ਚਾਹੇ ਉਹ ਲਾਲਚ ਕਿੰਨੇ ਮਰਜ਼ੀ ਦੇ ਲੈ, ਕਿੰਨੇ ਮਰਜ਼ੀ ਜਿਹੜਾ ਇਹ ਵੀ ਕਹਿ ਦੇ ਕਿ ਅਸੀਂ ਸਾਰਾ ਕੁਝ ਤੁਹਾਨੂੰ ਦੇਣ ਨੂੰ ਤਿਆਰ ਹਾਂ, ਤੁਹਾਡਾ ਸਾਰਾ ਕਰਜ਼ਾ ਮਾਫ ਕਰ ਦਾਂਗੇ, ਸਾਰਾ ਕੁਝ ਕਰ ਦਾਂਗੇ, ਲੋਕਾਂ ਨੇ ਤਾਂ ਵੀ ਹੁਣ ਵਿਸ਼ਵਾਸ ਨਹੀਂ ਕਰਨਾ ਬੀਜੇਪੀ ਵਾਲਿਆਂ ਤੇ। ਸੋ ਬੀਜੇਪੀ ਦਾ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਨੇ ਪੰਜਾਬ ਦੇ ਵਿੱਚ ਖਾਸ ਤੌਰ ਤੇ। ਜੀ ਬਿਲਕੁਲ। ਤਾਂ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਤਾਂ ਇਹ ਸਨ ਸਾਡੇ ਨਾਲ ਜੁੜੇ ਹੋਏ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਸ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਵਿਚਾਰ ਚਰਚਾ ਕੀਤੀ ਗਈ ਹੈ। ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਗਏ ਨੇ। ਇੱਕ ਇੱਕ ਖਬਰ ਦੇ ਉੱਪਰ ਵਿਸਥਾਰਪੂਰਵਕ ਜਿਹੜੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਭੀਮਿੰਦਰ ਉਹਨਾਂ ਦੇ ਜਿਹੜੇ ਵਿਚਾਰ ਆ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।